ਮੈਂ ਤੇਰਾ ਇੱਕ ਇੱਕ ਜਿਹੜਾ ਤੇਰੇ ਅੰਗ ਤੇ ਸੱਟ ਮਾਰੀ ਸੀ, ਅਸੀਂ ਦੋਨਾਂ ਭਰਾਵਾਂ ਦਾ ਤੈਨੂੰ ਕਮਿਟਮੈਂਟ ਕਰਦੇ ਹਾਂ ਕਿ ਤੇਰਾ ਅਸੀਂ ਸਾਨੂੰ ਇਹ ਲੜਾਈ ਹਜੇ ਸਾਡੀ ਲੜਾਈ ਚੱਲ ਰਹੀ ਏ। 1 ਸਾਲ ਹੋਇਆ ਆ, ਹੁਣੇ ਰੀਸੈਂਟਲੀ ਸੈਣੀ ਸਾਹਿਬ ਵਾਲੇ ਕੇਸ 'ਚ 29 ਸਾਲ ਬਾਅਦ ਇਨਸਾਫ ਮਿਲਿਆ। ਹਜੇ ਸਾਨੂੰ ਸਾਲ ਹੋਇਆ, ਅਸੀਂ ਥੱਕ ਨਹੀਂ ਗਏ। ਡੀਜੀਪੀ ਪੰਜਾਬ ਨੇ ਉਹ ਜਿਹੜੀ ਰਿਪੋਰਟ ਸੀ 8 ਮਹੀਨੇ ਅੰਡਰ ਦੀ ਕਾਰਪਟ ਪਾ ਕੇ ਰੱਖੀ ਏ। ਅਸੀਂ ਸਿੱਟ 'ਚ ਇਹ ਦੇਖਣਾ ਚਾਹੁੰਦੇ ਹਾਂ ਵੀ ਜਿਹੜੀ ਮਾਣਹਾਨੀ ਉਸ ਆਰਡਰ ਨੂੰ ਤੁਸੀਂ ਬਾਰ-ਬਾਰ ਵਾਇਲੇਟ ਕਰਦੇ ਹੋ ਗਾਈਡਲਾਈਨਸ, ਉਹਦੇ ਬਾਰੇ ਕੀ ਐਕਸ਼ਨ ਲਿਆ ਗਿਆ। ਠੀਕ ਅੱਜ ਤੋਂ 1 ਸਾਲ ਪਹਿਲਾਂ 18 ਸਤੰਬਰ ਤੇ 19 ਸਤੰਬਰ ਨੂੰ ਅਲੀ ਮੰਗਟ ਜੇਲ੍ਹ ਤੋਂ ਬਾਹਰ ਆਇਆ ਸੀਗਾ। 18 ਸਤੰਬਰ ਨੂੰ ਉਹਨੂੰ ਜ਼ਮਾਨਤ ਮਿਲੀ ਸੀ ਤੇ 19 ਸਤੰਬਰ ਨੂੰ ਜੇਲ੍ਹ ਤੋਂ ਬਾਹਰ ਆਇਆ ਸੀਗਾ। ਲੇਕਿਨ ਉਸ ਦੌਰਾਨ ਜਿਹੜੇ 6 ਦਿਨ ਉਹਨਾਂ ਨੇ ਜੇਲ੍ਹ 'ਚ ਕੱਟੇ ਸੀਗੇ ਤਾਂ ਉਸ ਦੌਰਾਨ ਪੁਲਿਸ ਵੱਲੋਂ ਕਾਫੀ ਸਾਰੇ ਤਸ਼ੱਦਦ ਉਹਨਾਂ ਨੂੰ ਦਿੱਤੇ ਗਏ ਸੀ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖਿਆ ਸੀਗਾ ਤੇ ਇਸ ਦੇ ਉੱਤੇ ਇੱਕ ਜਿਹੜੀ ਹੈ ਇਨਕੁਆਇਰੀ ਕਮਿਸ਼ਨ ਵੀ ਬਿਠਾਇਆ ਗਿਆ ਸੀ, ਸਿੱਟ ਬਿਠਾਈ ਗਈ ਸੀ, ਜਿਸ ਦੀ ਰਿਪੋਰਟ ਹੁਣ ਆ ਚੁੱਕੀ ਹੈ। ਉਸ ਰਿਪੋਰਟ ਦੇ ਵਿੱਚ ਕੀ ਆਇਆ ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਅਲੀ ਮੰਗਟ ਦੇ ਵਕੀਲ ਘੁੰਮਣ ਬ੍ਰਦਰਸ। ਗੱਲ ਕਰਦੇ ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਕੀ ਅੱਜ ਰਿਪੋਰਟ ਆਈ ਹੈਗੀ ਹੈ, ਕੀ ਆਇਆ ਰਿਪੋਰਟ ਦੇ, ਕੀ ਫਾਈਂਡਿੰਗ ਹੈਗੀ? ਦੇਖੋ, ਮੈਂ ਇੱਥੇ ਦੱਸੂਗਾ ਕਿ ਪਿਛਲੇ 11 ਸਤੰਬਰ ਨੂੰ, ਮੈਂ ਥੋੜ੍ਹਾ ਜਿਹਾ ਬਰੀਫ ਕਰ ਦਿੰਦਾ। 11 ਸਤੰਬਰ ਨੂੰ FIR ਰਜਿਸਟਰਡ ਹੋਇਆ ਸੀ ਅਲੀ ਮੰਗਟ ਤੇ, ਜਿਹਦੇ ਵਿੱਚ ਰੰਧਾਵਾ ਬ੍ਰਦਰ ਸੀਗੇ। 11 ਤੋਂ ਲੈ ਕੇ 13-14 ਤੱਕ ਉਹਨਾਂ ਦਾ ਪੁਲਿਸ ਰਿਮਾਂਡ ਚੱਲਿਆ ਜੀ। ਡਿਊਰਿੰਗ ਦੀ ਕੋਰਸ ਆਫ ਪੁਲਿਸ ਰਿਮਾਂਡ ਅੰਨਾ ਤਸੱਦਦ ਜਿਹੜਾ ਹੈ, ਸਰੀਰਕ ਉਹਨਾਂ ਨੂੰ ਕੁੱਟਮਾਰ ਜਿਹੜੀ ਸੀ ਉਹ ਦਿੱਤੀ ਗਈ। 14 ਤਰੀਕ ਨੂੰ ਜਦੋਂ ਅਸੀਂ ਦੇਖਿਆ, ਅਸੀਂ ਰਿਮਾਂਡ ਨੂੰ ਪੋਜ਼ ਕੀਤਾ, ਚਲੋ ਗੱਲ ਲੰਮੀ ਹੋ ਜੂਗੀ, ਸਾਰਿਆਂ ਨੂੰ ਪਤਾ ਹੈ ਵੀ MLR ਰਿਪੋਰਟਸ ਦੇ ਵਿੱਚ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ। MLR ਦੇ ਵਿੱਚ 7 ਇੰਜਰੀਜ਼ ਕਲੀਅਰ ਕੱਟ ਆ ਗਈਆਂ। ਉਸ ਤੋਂ ਬਾਅਦ ਸਰ ਅਸੀਂ 18 ਤਰੀਕ ਨੂੰ, ਲਾਸਟ ਅੱਜ 1 ਸਾਲ ਪੂਰਾ ਹੋ ਗਿਆ, ਅੱਜ 19 ਹੈ ਤੇ ਕੱਲ ਨੂੰ 18, ਮਤਲਬ 18/2019 ਨੂੰ ਅਸੀਂ ਉਹਨਾਂ ਨੂੰ ਰਿਲੀਜ਼ ਕਰਵਾਇਆ ਸੀ ਬੇਲ ਤੋਂ, ਰੋਪੜ ਤੋਂ। ਮੋਹਾਲੀ ਕੋਰਟ ਨੇ ਕੀਤਾ ਸੀ। ਸਿੱਟ ਲਈ ਅਸੀਂ ਐਪਲੀਕੇਸ਼ਨ ਦਿੱਤੀ, ਐਪਲੀਕੇਸ਼ਨ ਮਾਰਕ ਹੋਈ IG ਰੂਪਨਗਰ ਨੂੰ। ਉਹਨਾਂ ਨੇ 23/11 ਨੂੰ ਸਰ ਜਿਹੜੀ ਐਪਲੀਕੇਸ਼ਨ ਸੀਗੀ ਉਹ ਸਾਡੀ ਜਿਹੜੀ ਸਿੱਟ ਦੀ ਰਿਪੋਰਟ ਸੀ ਉਹ ਵਾਪਸ ਆ ਗਈ, ਵਿਦ ਰਿਗਾਰਡ ਟੂ ਕਿ ਇਹਦੇ ਨਾਲ ਜਿਹੜਾ ਅੰਨਾ ਤਸੱਦਦ ਕੀਤਾ, ਪੈਸੇ ਦਾ ਲੈਣ ਦੇਣ ਹੈ, ਉਹਦੇ ਬਾਰੇ। 23/11 ਤੋਂ ਬਾਅਦ ਸਰ ਅਸੀਂ ਸਮੇਤ ਅਲੀ ਮੰਗਟ ਅਸੀਂ ਦੋਨੇ ਬ੍ਰਦਰਸ ਤੋਂ ਇਲਾਵਾ ਅਸੀਂ DGP ਪੰਜਾਬ ਨੂੰ ਅਪਰੋਚ ਕੀਤਾ ਕਿ ਸਰ ਸਾਨੂੰ ਇਹਦੀ ਸਿੱਟ ਦੀ ਕਾਪੀ ਦਿਓ, ਸਾਡੇ ਨਾਲ ਅੰਨਾ ਤਸੱਦਦ ਸਾਡੇ ਕਲਾਇੰਟ ਨਾਲ ਕੀਤਾ ਗਿਆ, ਬਟ ਉਹ ਕਹਿੰਦੇ ਜੀ ਹਜੇ ਅਪਰੂਵ ਨਹੀਂ ਕੀਤੀ। ਚਲੋ ਅਲਟੀਮੇਟਲੀ ਸਰ ਅਸੀਂ ਜਦੋਂ ਦੇਖਿਆ ਵੀ ਨਹੀਂ ਇੱਧਰ ਕੋਈ ਨਹੀਂ ਸਾਨੂੰ ਮਿਲ ਰਹੀ, ਤਾਂ ਅਸੀਂ NRI ਕਮਿਸ਼ਨ ਦਾ ਜਾ ਕੇ ਦਰਵਾਜ਼ਾ ਖੜਕਾਇਆ ਜਸਟਿਸ ਸ਼ੇਖਰ ਦਮਨ ਦੀ ਕੋਰਟ ਦੇ ਵਿੱਚ। ਉਹਨਾਂ ਨੇ ਪਹਿਲੀ ਹੀਅਰਿੰਗ ਦੇ ਉੱਪਰ ਸਰ ਇੱਥੇ ਸਾਡੇ ਲਈ ਇੱਕ ਬੜਾ ਵੱਡਾ ਰਿਲੀਫ ਆਇਆ। 1 ਤਰੀਕ ਤੇ ਅੱਜ ਉਹਨਾਂ ਨੇ ਸਟੇਟਸ ਰਿਪੋਰਟ ਸੰਮਨ ਕੀਤੀ। ਇਨ ਦਾ ਮੇਨ ਟਾਈਮ ਕਰੋਨਾ ਐਪੀਡਿਕ ਦਾ ਚੈਪਟਰ ਆ ਗਿਆ। ਫਿਰ ਸਰ 3-4 ਮਹੀਨੇ ਵਿੱਚ ਨਿਕਲ ਗਏ, ਅਡਜਰਨ। ਅਲਟੀਮੇਟਲੀ ਸਰ ਕੱਲ੍ਹ ਸਾਡੀ ਪੇਸ਼ੀ ਸੀ ਮਾਰਨਿੰਗ। ਉਹਨਾਂ ਨੇ ਜਿਹੜੀ ਇਹਦੇ 'ਚ ਇਨਕੁਆਇਰੀ ਰਿਪੋਰਟ ਹੈ, ਸਿੱਟ ਦੀ ਰਿਪੋਰਟ ਸਰ ਉਹ ਪੇਸ਼ ਕੀਤੀ। ਉਹ ਪੇਸ਼ ਕਰਨ ਤੋਂ ਬਾਅਦ ਉਹਦੇ ਵਿੱਚ ਕੀ ਦੋਸ਼ੀ ਨੇ, ਕਿੰਨੇ ਦੋਸ਼ੀ ਨੇ, ਕੰਪਲੀਟ ਡਿਟੇਲ ਸੀ, ਉਹ ਤੁਹਾਨੂੰ ਵਕੀਲ ਸਾਹਿਬ ਦੱਸਦੇ ਨੇ। ਹਾਂਜੀ, ਸਾਰੀ ਗੱਲ ਜਿਹੜੀ ਹੈਗੀ ਹੈ। ਸਰ ਕੀ ਫਾਈਂਡਿੰਗਸ ਆਈ ਹੈਗੀ? ਦੇਖੋ, ਅਸੀਂ ਜੋ ਫਾਈਂਡਿੰਗ ਸਾਡੇ ਕੋਲ ਪਹੁੰਚੀ ਹੈ ਸਿੱਟ ਤੋਂ ਬਣ ਕੇ, ਇਹ ਵੈਸੇ ਤਾਂ ਕਾਫੀ ਡਿਟੇਲ ਇਨਕੁਆਇਰੀ ਜਿਹੜੀ ਸੀ ਉਹਨਾਂ ਨੇ ਕੰਡਕਟ ਕੀਤੀ ਸੀ, ਪਰ ਸਾਡੇ ਕੋਲ ਜਿਹੜੀ ਰਿਪੋਰਟ ਆਈ ਹੈ ਇਹ AIG ਨਵੀਨ ਸੈਣੀ ਜਿਹੜੇ ਨੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ, ਉਹਨਾਂ ਨੇ NRI ਕਮਿਸ਼ਨ ਕੱਲ੍ਹ ਪਰਸੋਂ ਉਹਨਾਂ ਨੇ ਉੱਥੇ ਸਬਮਿਟ ਕਰਵਾਈ ਹੈ। ਸੋ ਇਹਦੇ 'ਚ 3 ਚੀਜ਼ਾਂ ਦੀ ਸਾਡੇ ਵੱਲੋਂ ਡਿਮਾਂਡ ਕੀਤੀ ਗਈ ਸੀਗੀ। ਫਸਟ ਜਿਹੜਾ ਉਹਨਾਂ ਨਾਲ ਮਨੁੱਖੀ ਤਸੱਦਦ ਜਿਹੜਾ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਹੈ, ਉਹਦਾ ਸਾਡਾ ਸੀਗਾ। ਸੋ ਉਹਦੇ 'ਤੇ DGP ਪੰਜਾਬ ਨੇ ਹੁਣ ਅਪਰੂਵ ਕਰਤੀ ਹੈ ਕਿ ਮੈਨ ਹੈਂਡਲਿੰਗ ਜਿਹੜੀ ਹੈ ਉਹ ਕੀਤੀ ਗਈ ਹੈ, ਕੁੱਟਮਾਰ ਤਾਂ ਉਹਨਾਂ ਦੇ ਨਾਲ ਕੀਤੀ ਗਈ ਹੈ। ਸੈਕਿੰਡ ਜੋ ਹੁਣ ਫਾਈਂਡਿੰਗ ਦੇ ਵਿੱਚ ਚੀਜ਼ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਅਲੀ ਮੰਗਟ NRI ਨੇ, ਕੈਨੇਡਾ ਨੂੰ ਬਿਲੋਂਗ ਕਰਦੇ ਨੇ। ਜਦੋਂ ਏਅਰਪੋਰਟ 'ਤੇ ਉਤਰੇ ਨੇ ਤਾਂ ਉਸੇ ਦੌਰਾਨ ਹੀ ਇਹਨਾਂ ਨੂੰ ਫੜ ਲਿਆ ਗਿਆ ਸੀ। ਤਾਂ ਉਸ ਤੋਂ ਬਾਅਦ ਉਹਨਾਂ ਦਾ ਇੱਕ ਖਾਸ ਜਿਹੜਾ ਉਹਨਾਂ ਦਾ ਕਲੋਜ਼ ਫਰੈਂਡ ਆਪਾਂ ਕਹਿ ਲਈਏ, ਅਮੁਲਪ੍ਰੀਤ ਸਿੰਘ ਨੇ ਜੀ ਦੁਰਾਹੇ ਤੋਂ, ਉਹਨਾਂ ਤੋਂ 7000 ਆਸਟ੍ਰੇਲੀਅਨ ਡਾਲਰ ਜਿਹੜੇ ਨੇ ਉਹ ਰਿਪੋਰਟ ਦੇ ਵਿੱਚ ਆ ਗਿਆ ਵੀ ਉਹਨਾਂ ਦੇ ਕੋਲੋਂ ਉਹਨਾਂ ਨੇ ਐਜ਼ ਏ ਬਰਾਈਬ ਬਾਈ ਵੇ ਆਫ ਐਕਸਟੋਰਸ਼ਨ ਉਹਨਾਂ ਦੇ ਉੱਪਰ ਉਹਨਾਂ ਦੇ ਕੋਲੋਂ ਉਹਨਾਂ ਨੇ ਲਏ ਨੇ। ਸੋ ਇਹਦੇ ਤੋਂ ਇਲਾਵਾ ਅਸੀਂ ਇਹਦੇ ਖਿਲਾਫ ਜਿਹੜੇ ਆਈ ਹੈ ਰਿਪੋਰਟ, ਉਹਦੇ 'ਚ ਸਪੈਸੀਫਿਕਲੀ ਜੋ ਮੈਂਸ਼ਨ ਕੀਤਾ ਗਿਆ ਹੈ, ਉਹਦੇ 'ਚ ਪਹਿਲਾ ਨਾਮ ਜਿਹੜਾ ਹੈ ਉਸ ਸਮੇਂ ਦੇ ਜਿਹੜੇ ਇੰਸਪੈਕਟਰ ਰਜੇਸ਼ ਸਤੀਰ SHO ਸੀਗੇ ਉਹ ਸੋਹਾਣਾ ਪੁਲਿਸ ਸਟੇਸ਼ਨ ਦੇ, ਉਹਨਾਂ ਦੇ ਖਿਲਾਫ। ਇਹਨਾਂ ਤੋਂ ਇਲਾਵਾ 2 PSOs DSP ਰਮਨਦੀਪ ਦੇ, ਜਿਨ੍ਹਾਂ 'ਚ ਸਿਪਾਹੀ ਸਾਹਿਲ ਤੇ ਸਿਪਾਹੀ ਸਤਵਿੰਦਰ ਸਿੰਘ, ਇਹ ਦੋਵੇਂ ਨੇ। ਤੀਜਾ ਨਾਮ ਜਿਹੜਾ ਇਹਨਾਂ ਦੇ ਵਿੱਚ ਹੈਗਾ ਜੀ, ਉਹ ਉਸ ਸਮੇਂ ਦਾ ਜਿਹੜਾ ਮੁਨਸ਼ੀ ਸੀ ਸੋਹਾਣੇ ਪੁਲਿਸ ਸਟੇਸ਼ਨ ਦਾ, ਜਸਦੀਪ ਸਿੰਘ,
ਉਹਨਾਂ ਦਾ ਨਾਮ ਵੀ ਵਿੱਚ ਇਹਨਾਂ ਨੇ ਵਿੱਚ ਪਾਇਆ ਹੈ। ਸੋ ਇਹਦੇ ਤੇ ਜਿਹੜੀ ਫਾਈਂਡਿੰਗ ਇੱਕ ਨਿਕਲ ਕੇ ਆਊਟਕਮ ਸਮਝ ਲਓ ਇੱਕ ਸਿੱਟ ਦੀ ਆਈ ਹੈ, ਉਹਦੇ ਚ ਕਲੀਅਰ ਕੱਟ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਅਗੇਂਸਟ ਡਿਪਾਰਟਮੈਂਟਲ ਜਿਹੜਾ ਐਕਸ਼ਨ ਹੈ ਤੁਸੀਂ ਕਹ ਲਓ ਵੀ ਐਸ ਪਰ ਦੀ ਜੋ ਸਿੱਟ ਦੀ ਰਿਪੋਰਟ ਹੈ ਉਹ ਇਹਨਾਂ ਦੇ ਅਗੇਂਸਟ ਲਿਆ ਜਾਵੇ। ਇਹਦੇ ਤੋਂ ਇਲਾਵਾ ਜਿਹੜਾ ਉਸ ਸਮੇਂ ਡੀਐਸਪੀ ਰਮਨਦੀਪ ਸਿੰਘ ਸੀਗੇ, ਡੀਐਸਪੀ ਰਮਨਦੀਪ ਸਿੰਘ ਦੇ ਅਗੇਂਸਟ ਵੀ ਆਇਆ ਵੀ ਇਹ ਸਾਰੀ ਫਾਈਂਡਿੰਗ ਦੇ ਵਿੱਚ ਆਇਆ ਵੀ ਉਹਦੀ ਦੇਖ ਰੇਖ ਦੇ ਥੱਲੇ ਉਹਦੇ ਅੰਡਰ ਸ਼ੈਡੋ ਇਹ ਸਾਰਾ ਕੁਝ ਹੋਇਆ ਹੈ। ਉਹਨੂੰ ਹਾਲ ਦੀ ਘੜੀ ਡੀਜੀਪੀ ਆਫਿਸ ਵੱਲੋਂ ਹਾਲ ਦੀ ਘੜੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ। ਬਟ ਸਿੱਟ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੜੀ ਲੰਬੀ ਡਿਟੇਲਡ ਰਿਪੋਰਟ ਹੈ, ਉਹਦੇ 'ਚ ਉਹਨਾਂ ਦੇ ਅਗੇਂਸਟ ਵੀ ਮਟੀਰੀਅਲ ਐਵੀਡੈਂਸ ਉਹਨਾਂ ਦੇ ਅਗੇਂਸਟ ਵੀ ਆਇਆ। ਉਹਨਾਂ ਤੋਂ ਇਲਾਵਾ ਰਾਜੀਵ ਕੁਮਾਰ ਇੰਸਪੈਕਟਰ ਜਿਹੜਾ ਉਹ ਮਟੌਰ ਨੇ, ਉਹਨਾਂ ਦੇ ਅਗੇਂਸਟ ਵੀ ਸਪੈਸੀਫਿਕਲੀ ਇਹਦੇ ਵਿੱਚ ਸਿੱਟ ਦੇ ਵਿੱਚ ਆ ਗਿਆ ਕਿ ਉਹਨਾਂ ਦਾ ਵੀ ਵਿੱਚ ਰੋਲ ਆਇਆ ਹੈ। ਦਿੱਤੀ ਉਹਨਾਂ ਨੂੰ ਵੀ ਭਾਵੇਂ ਵਾਰਨਿੰਗ ਆਈ ਹੈ। ਸੋ ਅਸੀਂ ਹੁਣ ਸਾਡੇ ਲਈ ਮੈਂ ਸਮਝਦਾ ਵੀ ਇੱਕ ਵਿਕਟਰੀ ਦਾ ਦਿਨ ਸਾਡੇ ਲਈ ਕਿ ਪਹਿਲਾਂ ਤਾਂ ਸਾਡੇ ਲਈ ਇੱਕ ਐਲੀਗੇਸ਼ਨ ਸੀਗੇ ਕਿ ਉਹਨਾਂ ਦੀ ਮਾਰਕੁੱਟ ਕੀਤੀ ਜੀ, ਕਿ ਉਹਨਾਂ ਦੀ ਅਸੀਂ MLR ਰਿਪੋਰਟਸ ਵੀ ਅਸੀਂ ਸਾਰਾ ਕੁਝ ਅਟੈਚ ਕੀਤਾ। ਪਰ ਹੁਣ ਜਿਹੜੀ ਡੀਜੀਪੀ ਆਫਿਸ ਵੱਲੋਂ ਇਹ ਚੀਜ਼ ਮੰਨੀ ਗਈ ਹੈ ਕਿ ਹਾਂ ਅਸੀਂ ਮੈਨ ਹੈਂਡਲਿੰਗ ਵੀ ਹੋਈ ਹੈ ਪੁਲਿਸ ਵਾਲਿਆਂ ਤੋਂ, ਉਹਨਾਂ ਨੂੰ ਬਰਾਈ ਵੀ ਜਿਹੜੀ ਬਾਈ ਵੇ ਆਫ ਐਕਸਟੋਰਸ਼ਨ ਹੈ ਉਹ ਵੀ ਕੀਤੀ ਗਈ ਹੈ। ਸੋ ਇਹਦੇ ਤੇ ਅਸੀਂ ਇਹ ਗੱਲ ਕਰਦੇ ਹਾਂ ਕਿ ਐਜ਼ ਪਰ ਦੀ ਪ੍ਰੋਵੀਜ਼ਨ ਆਫ ਲਾਅ, ਕਾਨੂੰਨ ਦੇ ਮੁਤਾਬਕ ਮੈਨ ਹੈਂਡਲਿੰਗ ਦੀਆਂ ਰੈਲੇਵੈਂਟ ਸੈਕਸ਼ਨਸ ਆਫ FIR ਜਿਹੜੀਆਂ ਨੇ, ਜਾਂ ਤੁਸੀਂ ਕਹ ਲਓ ਵੀ ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ, ਤੁਸੀਂ ਇਹ ਗੱਲ ਕਹ ਲਓ 7000 ਆਸਟ੍ਰੇਲੀਅਨ ਡਾਲਰ ਜਿਹੜਾ ਹੈ ਉਹਦੇ ਮੁਤਾਬਕ, ਜਾਂ ਤੁਸੀਂ ਕਹ ਲਓ ਵੀ ਜਿਹੜਾ 67 ਤੁਸੀਂ ਕਹ ਲਓ ਜਿਹੜਾ ਪੰਜਾਬ ਪੁਲਿਸ ਐਕਟ 2007 ਹੈ ਜੀ, ਉਹਦੇ ਮੁਤਾਬਕ ਇਹਨਾਂ ਦੇ ਉੱਪਰ ਇਮੀਡੀਏਟਲੀ FIR ਰਜਿਸਟਰ ਕੀਤਾ ਜਾਵੇ। ਦੇਖੋ ਗੱਲ ਇੱਥੇ ਹੈ ਜਿਹੜਾ ਸਾਨੂੰ ਵੀ ਆਰ ਨਾਟ ਸੈਟਿਸਫਾਈ ਫॉर ਦੀ ਇਨਕੁਆਇਰੀ ਕੰਡਕਟਡ ਬਾਈ ਸਿਟ ਸਰ। ਦਿਸ ਇਜ਼ ਦੀ ਇਨਕੁਆਇਰੀ ਓਨਲੀ ਡਿਪਿਕਟਸ ਵਨ ਪਿਕਚਰ। ਇੱਕ ਚੀਜ਼ ਦੱਸ ਰਹੀ ਹੈ ਕਿ ਡਿਪਾਰਟਮੈਂਟਲ ਐਕਸ਼ਨ। ਮੈਂ ਦੇਖੋ ਕਲੀਅਰ ਗੱਲ ਹੈ ਕਿ ਇਨਕੁਆਇਰੀ ਰਿਪੋਰਟ 'ਚ ਜਦੋਂ ਤੁਸੀਂ ਇਹ ਚੀਜ਼ ਮੰਨ ਹੀ ਲਈ ਵੀ ਮਾਰ ਕੁਟਾਈ ਹੋਈ ਹੈ, ਮੈਨ ਹੈਂਡਲਿੰਗ ਹੋਈ ਹੈ, ਪਲੱਸ ਤੁਸੀਂ ਇਹ 7000 ਬਰਾਈਬ ਵਾਲੀ ਗੱਲ ਕਰਤੀ, ਸਰ ਤੁਹਾਨੂੰ ਇਮੀਡੀਏਟਲੀ ਚਾਹੀਦਾ ਇਹ ਸੀ ਇਹਦੇ ਤੇ ਹੀ ਸਿਫਾਰਿਸ਼ ਕੀਤੀ ਜਾਂਦੀ FIR ਦੀ। FIR ਕਾਹਦੇ 'ਚ? ਸੈਕਸ਼ਨ 7 ਪੜੋ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ। ਬਰਾਈਬ ਜਦੋਂ ਤੁਸੀਂ 7000 ਮੰਨ ਲਿਆ, ਸੈਕਸ਼ਨ 67 ਜਿਹੜਾ ਹੈ ਉਹ ਹੈਗਾ ਪੰਜਾਬ ਪੁਲਿਸ ਐਕਟ 2007, ਸੈਕਸ਼ਨ 7 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਔਰ ਪਲੱਸ ਇੰਡੀਅਨ ਪੈਨਲ ਕੋਡ, ਇਹਦੇ ਵਿੱਚ ਕੋਈ ਸਿਫਾਰਿਸ਼ ਨਹੀਂ ਕੀਤੀ ਗਈ, ਹਜੇ ਵੀ ਸ਼ੀਲਡ ਕੀਤਾ ਗਿਆ ਆਪਣੇ। ਦੇਖੋ ਉਹਦੇ ਵਿੱਚ ਦੋ ਚੀਜ਼ਾਂ ਨੇ, ਮੈਂ ਇੱਕ ਫਰਕ ਦੱਸੂਗਾ ਕੀ ਹੈ। ਇੱਕ ਹੈ ਮਾਰਕਟਾਈ, ਇੱਕ ਹੈ ਧੱਕਾ ਮੁੱਕੀ। ਇਹਨਾਂ ਨੇ ਕੀ ਵਰਡ ਯੂਜ਼ ਕੀਤਾ ਜੀ? ਧੱਕਾ ਮੁੱਕੀ। ਉਹ ਯਾਰ MLR ਦੀ ਰਿਪੋਰਟ, ਡਾਕਟਰਾਂ ਦੀ ਰਿਪੋਰਟ ਇਟਸੈਲਫ ਦੱਸ ਰਹੀ ਹੈ ਕਿ 6 ਉਹਦੀਆਂ ਇੰਜਰੀਆਂ ਨੇ, ਨੀਲ ਉਹਦੇ ਪਏ ਨੇ, ਤੇ ਤੁਸੀਂ ਹਜੇ ਵੀ ਸ਼ੀਲਡ ਕਰੀ ਜਾਂਦੇ ਜੇ। ਨੋ ਨੀਡ ਟੂ ਵਰੀ। ਅਸੀਂ ਜਿਹੜੀ ਐਲੀਮਾਰ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਹੈ, ਅਸੀਂ ਉਹਦਾ ਤਸੱਦਦ ਜਿਹੜਾ ਸਰੀਰਕ ਤਸੱਦਦ ਉਹਨੇ ਝੱਲਿਆ। ਸਾਨੂੰ ਜਦੋਂ ਉਹਦਾ ਫੋਨ ਆਉਂਦਾ ਹੈ ਉਹ ਹਮੇਸ਼ਾ ਉਹ ਰੋ ਪੈਂਦਾ, ਕਈ ਵਾਰੀ ਭੈੜਾ ਪੈ ਜਾਂਦਾ ਸਿਰਫ ਸਾਡੇ ਨਾਲ ਵੀ ਵਕੀਲ ਸਾਹਿਬ ਮੈਨੂੰ ਇਨਸਾਫ ਦਿਵਾਓ। ਮੈਂ ਤੇਰਾ ਇੱਕ ਜਿਹੜਾ ਤੇਰੇ ਅੰਗ ਤੇ ਸੱਟ ਮਾਰੀ ਸੀ, ਅਸੀਂ ਦੋਨਾਂ ਭਰਾਵਾਂ ਦਾ ਤੈਨੂੰ ਕਮਿਟਮੈਂਟ ਕਰਦੇ ਹਾਂ ਕਿ ਤੇਰਾ ਸਾਨੂੰ ਇਹ ਲੜਾਈ, ਹਜੇ ਸਾਡੀ ਲੜਾਈ ਚੱਲ ਰਹੀ ਹੈ, 1 ਸਾਲ ਹੋਇਆ। ਆ ਹੁਣੇ ਰੀਸੈਂਟਲੀ ਸੈਣੀ ਸਾਹਿਬ ਵਾਲੇ ਕੇਸ 'ਚ 29 ਸਾਲ ਬਾਅਦ ਇਨਸਾਫ ਮਿਲਿਆ। ਹਜੇ ਸਾਨੂੰ ਸਾਲ ਹੋਇਆ, ਅਸੀਂ ਥੱਕ ਨਹੀਂ ਗਏ। ਸੋ ਅਸੀਂ ਡੈਫੀਨੇਟਲੀ ਇਸ ਦਾ ਵਿੱਚ ਜਿਹੜੀ ਅਸੀਂ ਸਿੱਟ ਦੀ ਜਿਹੜੀ ਆ ਰਿਪੋਰਟ ਹੈ ਇਹਨੂੰ ਅਸੀਂ ਚੈਲੰਜ ਕਰਾਂਗੇ ਜੀ ਮਾਣਯੋਗ ਹਾਈ ਕੋਰਟ ਦੇ ਵਿੱਚ। ਔਰ ਦੂਜੇ ਪਾਸੇ ਅਸੀਂ ਇਹ ਚੀਜ਼ ਜਿਹੜੀ ਸੀ ਜਸਟਿਸ ਸ਼ੇਖਰ ਧਵਨ ਜਿੱਥੇ NRI ਕਮਿਸ਼ਨ ਹੈ ਉਹਨਾਂ ਨੂੰ ਅਸੀਂ ਇਹ ਗੱਲ ਅਪਰਾਈਜ਼ ਕਰਾਈ ਕਿ ਜੱਜ ਸਾਹਿਬ ਦੇਖੋ ਜਿਹੜਾ ਪ੍ਰਿੰਸੀਪਲ ਅਕਿਊਜ਼ ਸੀ ਇਸ ਕੇਸ ਦੇ ਵਿੱਚ ਰਮਨਦੀਪ, ਉਹਨੂੰ ਫਿਰ ਸ਼ੀਲਡ ਕੀਤਾ ਗਿਆ ਅੰਡਰ ਦੀ ਸੁਪਰਵਿਜ਼ਨ। ਦੇਖੋ ਮੇਰੀ ਗੱਲ ਸੁਣੋ, ਉਹਦੇ 2 ਗਨਮੈਨ ਸੀਗੇ, ਸਾਹਿਲ ਤੇ ਸਤਵਿੰਦਰ। ਇਜ਼ ਇਟ ਪੋਸੀਬਲ ਵੀ ਉਹਨਾਂ ਦੀ, ਉਹ ਕੋਈ ਸੀਏ ਸਟਾਫ ਦੇ ਮੈਂਬਰ ਨਹੀਂ ਸੀ, ਉਹ ਕਿਸੇ ਥਾਣੇ ਦੇ ਇੰਪਲਾਈ ਨਹੀਂ ਸੀ, ਗਨਮੈਨ ਸੀਗੇ DSP ਸਾਹਿਬ ਦੇ। ਉਹਨਾਂ ਦੀਆਂ ਇਨਸਟਰਕਸ਼ਨਸ ਤੋਂ ਬਿਨਾਂ ਉਹਨਾਂ ਦਾ ਕੋਈ ਵੀ ਇੱਕ ਹੱਥ ਨਹੀਂ ਸੀ ਉਹ ਕਰ ਸਕਦੇ। ਸੋ ਵਨਸ ਵਾਈਲ ਜਦੋਂ ਤੁਸੀਂ ਐਡਮਿਟ ਕਰ ਲਈ ਇਹ ਚੀਜ਼ ਵੀ ਉਹਦੇ ਨਾਲ ਮਾਰ ਕੁਟਾਈ ਕੀਤੀ ਹੈ, ਤੁਸੀਂ ਧੱਕਾ ਮੁੱਕੀ ਵਾਲੀ ਗੱਲ ਕਰ ਲਈ, ਤੁਸੀਂ ਕਿਉਂ ਨਹੀਂ FIR ਰਜਿਸਟਰਡ ਕੀਤੀ? ਤੁਸੀਂ ਡਿਪਾਰਟਮੈਂਟਲ ਕਰਨੀ ਹੈ, ਸਾਈਡ ਬਾਈ ਸਾਈਡ ਕਰੋ। ਔਰ ਅਸੀਂ ਕੱਲ੍ਹ ਇੱਕ ਵੱਡੀ ਚੀਜ਼ ਉੱਥੇ ਰੱਖੀ ਵੀ ਜਿਹੜੀ ਡਿਪਾਰਟਮੈਂਟਲ ਉਹ ਇਹ ਨਾ ਹੋਵੇ ਵੀ ਤੁਸੀਂ ਇੱਕ ਲਾਈਨ ਹਾਜ਼ਰ ਕਰਤਾ ਹੈ, ਤੁਸੀਂ ਜੇ ਇੱਕ ਟਰਾਂਸਫਰ ਕਰਤੀ ਹੈ, ਐਦਾਂ ਅਸੀਂ ਨਹੀਂ ਮੰਨਣੀ ਹੈਗੀ। ਕੈਪੀਟਲ ਪਨਿਸ਼ਮੈਂਟ ਚਾਹੀਦੀ ਹੈ, ਕਮ ਸੇ ਕਮ ਡਿਸਮਿਸਲ ਚਾਹੀਦੀ ਹੈ। ਸੋ ਅਸੀਂ ਇਸ ਲੜਾਈ ਨੂੰ ਪੂਰੇ ਤਗੜੇ ਤਰੀਕੇ ਦੇ ਨਾਲ 1 ਸਾਲ ਹੋ ਗਿਆ। ਕੋਈ ਅਸੀਂ ਸਰ ਕਿਸੇ ਦੇ ਅਸੀਂ ਦਬੇ ਨਹੀਂ ਹੈਗੇ, ਅਸੀਂ ਕੁਛ ਨਹੀਂ, ਅਸੀਂ ਵੇਟ ਕਰ ਰਹੇ ਸੀ। ਫਸਟ ਰਿਲੀਫ ਮਿਲਿਆ, ਦੇਅਰ ਇਜ਼ ਸਮਥਿੰਗ ਬੈਟਰ ਦੈਨ ਨਥਿੰਗ ਵਾਲੀ ਗੱਲ ਹੈ। ਚਲੋ 60-70% ਕੁਛ ਹੱਥ 'ਚ ਆਇਆ, ਡੈਫੀਨੇਟਲੀ ਅਸੀਂ ਅੱਗੇ ਦੇਖਾਂਗੇ। ਮੈਂ ਇੱਥੇ ਕਹਿਣੀ ਚਾਹੁੰਦਾ ਕਿ ਜਿਹੜੀ ਸਿੱਟ ਕਨਸਟੀਟਿਊਟ ਕੀਤੀ ਗਈ ਸੀ ਉਹਦਾ ਹੈੱਡ ਜਿਹੜਾ ਸੀ ਉਹ IG ਲਾਇਆ ਸੀ, ਸੋਪਨ ਸ਼ਰਮਾ ਸਾਹਿਬ SSP ਲਾਈ ਸੀ। ਸਿੱਟ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈ ਉਹ 23/11/2019 ਨੂੰ DGP ਆਫਿਸ ਦੇ ਵਿੱਚ ਉਹਨਾਂ ਨੇ ਸਬਮਿਟ ਕੀਤੀ ਹੈ। ਅਸੀਂ ਮਾਣਯੋਗ NRI ਕਮਿਸ਼ਨ ਨੂੰ ਅਸੀਂ ਅਪਰੋਚ ਕੀਤਾ ਜੀ ਫਰਵਰੀ ਦੇ ਵਿੱਚ। ਉਸ ਤੋਂ ਪਹਿਲਾਂ ਅਸੀਂ ਨੰਬਰ ਆਫ ਰਿਪਰੈਜ਼ੈਂਟੇਸ਼ਨਸ ਇਸ਼ੂ ਕੀਤੀਆਂ ਵੀ ਸਾਨੂੰ ਕਾਪੀ ਸਾਨੂੰ ਸਪਲਾਈ ਕੀਤੀ ਜਾਵੇ।
ਉਸ ਤੋਂ ਬਾਅਦ ਜਦੋਂ ਅਸੀਂ ਐਨਆਰਆਈ ਕਮਿਸ਼ਨ ਜਾ ਕੇ ਅਪਰੋਚ ਕੀਤਾ ਤਾਂ ਬੜਾ ਸਰਪ੍ਰਾਈਜ਼ਿੰਗ ਫੈਕਟ ਜਿਹੜਾ ਇਸ ਰਿਪੋਰਟ ਦੇ ਵਿੱਚ ਨਿਕਲ ਕੇ ਆਇਆ ਹੈ 20 ਜੁਲਾਈ 2020 ਨੂੰ ਡੀਜੀਪੀ ਪੰਜਾਬ ਨੇ ਉਹ ਜਿਹੜੀ ਰਿਪੋਰਟ ਸੀ 8 ਮਹੀਨੇ ਅੰਡਰ ਦੀ ਕਾਰਪਟ ਪਾ ਕੇ ਰੱਖੀਏ। ਸੋ ਅਸੀਂ ਇਹ ਗੱਲ ਕਰਦੇ ਹਾਂ ਕਿ 8 ਮਹੀਨੇ ਡੀਜੀਪੀ ਆਫਿਸ ਪਈ ਤਾਂ ਸਾਡੇ ਐਨਆਰਆਈ ਕਮਿਸ਼ਨ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਤੁਸੀਂ ਇਹ ਗੱਲ ਕਹਿ ਲਓ ਕਿ 4/8 ਨੂੰ ਫਿਰ ਜਿਸ ਦਿਨ ਸਾਡੀ ਇੱਥੇ ਹੀਅਰਿੰਗ ਸੀਗੀ ਐਨਆਰਆਈ ਕਮਿਸ਼ਨ ਉਸ ਦਿਨ ਆਈਜੀ ਨੇ ਫॉर ਫਰਦਰ ਐਕਸ਼ਨ ਅਗੇਂਸਟ ਦੀ ਪੁਲਿਸ ਆਫੀਸ਼ੀਅਲਸ ਲਿਖ ਕੇ ਐਸਐਸਪੀ ਮੋਹਾਲੀ ਨੂੰ ਉਹਨਾਂ ਨੇ ਮਾਰ ਕੀਤਾ ਹੈ। ਸੋ ਸਾਡਾ ਇਹ ਜ਼ਰੂਰ ਹੈ ਵੀ ਕਿ ਐਟਲੀਸਟ ਜਦੋਂ ਦੇਖੋ ਸਾਡੇ ਆਮ ਲੋਕਾਂ ਦੇ ਅਗੇਂਸਟ ਜਦੋਂ ਕੋਈ ਕੰਪਲੇਂਟ ਜਾਂਦੀ ਹੈ ਉਹ ਤਾਂ ਨਾਲੋਂ ਨਾਲ ਇਨਕੁਆਇਰੀਆਂ ਹੋ ਕੇ ਮਾਰਕ ਹੋ ਕੇ ਨਾਲੋਂ ਨਾਲ ਸਾਡੇ ਤੇ ਐਕਸ਼ਨ ਹੋ ਜਾਂਦਾ ਹੈ। ਤਾਂ ਜੇਕਰ ਪੁਲਿਸ ਵਿੱਚ ਇਨਵੋਲਵ ਸੀ ਖਾਕੀ ਇਨਵੋਲਵ ਸੀ ਤਾਂ ਡੀਐਸਪੀ ਲੈਵਲ ਦਾ ਆਫੀਸਰ ਇਨਵੋਲਵ ਸੀ ਤਾਂ ਉਹਨੂੰ ਕਿਉਂ ਇੰਨੇ ਮਹੀਨੇ ਸ਼ੀਲਡ ਕੀਤਾ ਗਿਆ? ਹੁਣੇ ਵੀ ਤਾਂ ਬਚਾਇਆ ਜਾ ਰਿਹਾ ਡੀਐਸਪੀ ਰਮਨਦੀਪ ਨੂੰ ਤਾਂ ਹੁਣੇ ਵੀ ਬਚਾਇਆ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹ ਮੰਨ ਲਿਆ ਕਿ ਉਹਦੀ ਸੁਪਰਵਿਜ਼ਨ ਸੀ ਉਹਦੀ ਨਿਗਰਾਨੀ ਥੱਲੇ ਸੀ। ਯਾਰ ਓਨਲੀ ਵਾਰਨਿੰਗ ਤੁਸੀਂ ਇੱਕ ਸਿੰਗਰ ਇੱਕ ਐਨਆਰਆਈ ਸੀਗਾ ਸਿੰਪਲ ਸੈਕਸ਼ਨ ਥੱਲੇ ਪਰਚਾ ਹੋਇਆ ਹੈ ਹੀ ਇਜ਼ ਨਾਟ ਇਨਵੋਲਵਡ ਇਨ ਅ ਹੀਨੀਅਸ ਕ੍ਰਾਈਮ ਸਰ। ਤੁਸੀਂ ਦੇਖੋ ਔਰ ਉਹਦੇ ਬੈਠੇ ਉਹਦੀ ਹਾਜ਼ਰੀ ਦੇ ਵਿੱਚ ਔਰ ਜਿਹੜੀ ਸਰ ਸਾਡੀ ਕੰਪਲੇਂਟ ਸੀ ਕੰਪਲੇਂਟ ਦੇ ਵਿੱਚ ਡਾਇਰੈਕਟਲੀ ਇਹਦੇ ਤੇ ਐਲੀਗੇਸ਼ਨ ਸੀਗੇ ਐਲੀ ਮੰਗਟ ਵੱਲੋਂ ਸਟੇਟਮੈਂਟਸ ਹੋਈਆਂ ਉੱਥੇ ਐਲੀ ਮੰਗਟ ਦੀਆਂ ਐਮਐਲਆਰ ਰਿਪੋਰਟ ਉੱਥੇ ਦਿਖਾਈ ਅਸੀਂ ਉੱਥੇ ਕੋਰਟ ਦਾ ਆਰਡਰ ਦਿਖਾਇਆ ਪਰ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਹੋਏ ਉਹਨੂੰ ਹਜੇ ਵੀ ਸ਼ੀਲਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਈ ਗੱਲ ਨਹੀਂ ਅਸੀਂ ਇਹੀ ਦੇਖ ਰਹੇ ਸੀ ਵੀ ਚਲੋ ਪੁਲਿਸ ਦੀ ਕਾਰਵਾਈ ਕਰਨ ਦੀਏ ਆਪਾਂ ਵਿੱਚ ਇੰਟਰਪਟ ਨਾ ਕਰੀਏ। ਕਿਸ ਚੀਜ਼ ਦੀ ਉਗਾਈ ਕਰਾਣੀ ਸੀ? ਇਹਦੇ ਤਾਂ ਸਿੰਪਲ ਮਾਮਲਾ ਸੀਗਾ ਕਿ ਕੋਈ ਉਹ ਤਾਂ ਸੀਗਾ ਨਹੀਂ ਕਿ ਇਸ ਤੋਂ ਕਿਸੇ ਚੀਜ਼ ਦੀ ਕੋਈ ਰਿਕਵਰੀ ਕਰਾਣੀ ਹੈ ਤਾਂ ਇਹਦੇ ਨਾਲ ਇੰਨੀ ਤਸ਼ੱਦਦ ਕਿਉਂ ਕੀਤੀ? ਇਹ ਤਾਂ ਹੁਣ ਦੇਖੋ $7,000 ਵਾਲੀ ਗੱਲ ਤਾਂ ਸਾਹਮਣੇ ਆ ਹੀ ਚੁੱਕੀ ਹੈ। ਬਾਕੀ ਹੁਣ ਇਹੀ ਤਾਂ ਸਰ ਗੱਲ ਸੀ ਐਫਆਈਆਰ ਰਜਿਸਟਰਡ ਕਰਨ ਅੰਡਰ ਪ੍ਰੀਵੈਂਸ਼ਨ ਆਫ ਕਰਪਸ਼ਨ ਜਿਹੜੀਆਂ ਸੀਰੀਅਸ ਨਾਨ ਅਵੇਲੇਬਲ ਸੈਕਸ਼ਨਸ ਨੇ ਉਹਨਾਂ ਤੇ ਪਰਚਾ ਦਰਜ ਹੋਵੇ ਫਿਰ ਰਿਮਾਂਡ ਆਵੇ ਫਿਰ ਸਾਰਾ ਨੈਕਸਸ ਦੇਖੀਏ ਵੀ ਕਿਹਦੇ ਕਹਿਣ ਤੇ ਹੋਇਆ ਔਰ ਕਾਰਨ ਕੀ ਸੀ। ਇਹੀ ਚੀਜ਼ ਤਾਂ ਹੈ ਇਹੀ ਚੀਜ਼ ਤਾਂ ਸਾਡੀ ਮੰਗ ਹੈ। ਸੋ ਅਸੀਂ ਜਿਹੜੀ ਹੁਣ ਸਾਡੀ ਇਹਦੇ ਵਿੱਚ ਬ੍ਰਦਰ ਸਾਡੀ ਜਿਹੜੀ ਮੁੱਖ ਮੰਗ ਹੈ ਉਹ ਇਹ ਹੈ ਕਿ ਇਮੀਡੀਏਟਲੀ ਐਫਆਈਆਰ ਰਜਿਸਟਰਡ ਹੋਵੇ ਤੇ ਜਿਹੜੇ ਦੋ ਸ਼ੀਲਡ ਕੀਤੇ ਗਏ ਨੇ ਉਹਨਾਂ ਤੇ ਡੈਫੀਨਿਟਲੀ ਅਸੀਂ ਅੱਗੇ ਕਾਰਵਾਈ ਕਰਵਾਉਣੀ। ਮੈਂ ਇੱਥੇ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਹੁਣ ਲਾਇਰਸ ਵੱਲੋਂ ਮੰਗ ਜਾਂ ਤੁਸੀਂ ਜਨਰਲ ਪਬਲਿਕ ਦੀ ਨਹੀਂ ਹੁਣ ਇੱਕ ਸਿੱਟ ਦੀ ਫਾਈਂਡਿੰਗ ਆ ਗਈ ਹੈ। ਹੁਣ ਇੱਥੇ ਇੱਕ ਐਗਜ਼ਾਮਪਲ ਸੈੱਟ ਕਰਨ ਦਾ ਸਮਾਂ ਹੈ। ਸੋ ਇਹੋ ਜਿਹੀਆਂ ਡਾਇਰੈਕਸ਼ਨਸ ਫਿੱਟ ਕੀਤੀਆਂ ਜਾਣ ਕਿ ਜਿਵੇਂ ਹੁਣ ਤੁਸੀਂ ਕਹ ਲਓ ਡੀਐਸਪੀ ਲੈਵਲ ਦੇ ਆਫੀਸਰਸ ਦੇ ਦੋਵੇਂ ਜਿਹੜੇ ਪੀਐਸਓਜ਼ ਨੇ ਉਹ ਵਿੱਚ ਆ ਗਏ ਨੇ ਤਾਂ ਕਿਉਂ ਮਾਰ ਹਮੇਸ਼ਾ ਛੋਟੇ ਕਨਸਟੇਬਲਸ ਨੂੰ ਪੈਂਦੀਆਂ ਨੇ? ਦੇਖੋ ਅਸੀਂ ਪੁਲਿਸ ਦੇ ਅਗੇਂਸਟ ਨਹੀਂ ਹੈਗੇ ਕਿਉਂ ਡੀਐਸਪੀ ਨੂੰ ਐਵਰੀ ਟਾਈਮ ਜਿਹੜੇ ਗਸਟਡ ਆਫੀਸਰਸ ਨੇ ਉਹਨਾਂ ਨੂੰ ਕਿਉਂ ਸ਼ੀਲਡ ਕੀਤਾ ਜਾਂਦਾ? ਸੋ ਸਾਡੇ ਇਹੀ ਹੈ ਵੀ ਐਜ਼ ਪਰ ਦੀ ਜੋ ਸਿੱਟ ਦੀ ਰਿਪੋਰਟ ਹੈ ਜੋ ਫਾਈਂਡਿੰਗ ਆਈ ਹੈ ਇਮੀਡੀਏਟਲੀ ਸੋ ਮੋਟੋਲੀ ਉਹਨਾਂ ਦੇ ਅਗੇਂਸਟ ਐਫਆਈਆਰ ਰਜਿਸਟਰਡ ਕਰਕੇ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਵੇ। ਔਰ ਇੱਕ ਹੋਰ ਚੀਜ਼ ਹੈ ਸਰ ਮੈਂ ਜਾਂਦੇ ਡੀਕੇ ਬਾਸੂ ਦੀਆਂ ਗਾਈਡਲਾਈਨ ਸੀਗੀਆਂ ਸੁਪਰੀਮ ਕੋਰਟ ਦੀਆਂ ਹੈ ਨਾ ਉਹ ਗਾਈਡਲਾਈਨਸ ਨੂੰ ਇਨਫ੍ਰਿੰਜ ਕੀਤਾ ਵਾਇਲੇਟ ਕੀਤਾ ਥਾਣੇ ਦੇ ਵਿੱਚ ਉਹਦਾ ਬਾਰੇ ਮੈਂ ਹੁਣ ਦੇਖੋ ਸਿੱਟ ਦੀ ਕੰਪਲੀਟ ਜਿਹੜੀ ਇਹ ਮੇਰੇ ਕੋਲ ਇਨਕੁਆਇਰੀ ਕੱਲ੍ਹ ਸਟੇਟਸ ਰਿਪੋਰਟ ਤਾਂ ਆ ਗਿਆ ਅਸੀਂ ਸਿੱਟ 'ਚ ਇਹ ਦੇਖਣਾ ਚਾਹੁੰਦੇ ਹਾਂ ਵੀ ਜਿਹੜੀ ਮਾਣਹਾਨੀ ਉਸ ਆਰਡਰ ਨੂੰ ਤੁਸੀਂ ਬਾਰ-ਬਾਰ ਵਾਇਲੇਟ ਕਰਦੇ ਹੋ ਗਾਈਡਲਾਈਨਸ ਉਹਦੇ ਬਾਰੇ ਕੀ ਐਕਸ਼ਨ ਲਿਆ ਗਿਆ। ਸੋ ਇਹ ਸਾਰੇ ਮਸਲੇ ਹੋਣਗੇ ਜੀ ਜਿਹੜੇ ਅਸੀਂ ਅੱਗੇ ਜਾ ਕੇ ਵਿਚਾਰ ਕਰਾਂਗੇ। ਧੰਨਵਾਦ ਜੀ ਗੱਲ ਕਰਨ ਲਈ। ਬਿਲਕੁਲ ਇਹ ਸੀਗੇ ਘੁੰਮਣ ਬ੍ਰਦਰਸ ਜਿਨ੍ਹਾਂ ਨੇ ਸਾਫ਼ ਦੱਸਿਆ ਕਿ ਕਿਵੇਂ ਜਿਹੜਾ ਐਲੀ ਮੰਗਟ ਦੇ ਖਿਲਾਫ ਪੁਲਿਸ ਵੱਲੋਂ ਜਿਹੜੇ ਤਸ਼ੱਦਦ ਕੀਤੇ ਗਏ ਉਸ ਨੂੰ ਲੈ ਕੇ ਜਿਹੜੀ ਸਿੱਟ ਮਿਠਾਈ ਗਈ ਸੀ ਉਹਦੀ ਰਿਪੋਰਟ ਆ ਗਈ। ਉਸ ਦੀ ਫਾਈਂਡਿੰਗਸ ਦੇ ਵਿੱਚ 4 ਜਣਿਆਂ ਨੂੰ ਇਹਦੇ 'ਚ ਦੋਸ਼ੀ ਪਾਇਆ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਉੱਥੇ ਦੇ ਐਸਐਚਓ ਸੀਗੇ ਜਿਹੜੇ ਮੁੱਖ ਉਹਨਾਂ ਦੇ ਨਾਲ ਉਹਨਾਂ ਦੇ ਮੁੰਸ਼ੀ ਤੇ ਨਾਲ 2 ਜਿਹੜੇ ਡੀਐਸਪੀ ਦੇ ਜਿਹੜੇ ਪੀਐਸਓ ਸੀਗੇ ਉਹਨਾਂ ਨੂੰ ਵੀ ਇਹਦੇ 'ਚ ਦੋਸ਼ੀ ਪਾਇਆ ਜਦਕਿ ਡੀਐਸਪੀ ਰਮਨਦੀਪ ਤੇ ਇੱਕ ਹੋਰ ਜਿਹੜੇ ਐਸਐਚਓ ਮਟੌਰ ਸੀਗੇ ਰਾਜੀਵ ਕੁਮਾਰ ਉਸ ਨੂੰ ਸਿਰਫ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ। ਤੇ ਇਸ ਨੂੰ ਲੈ ਕੇ ਇਹਨਾਂ ਨੇ ਕਿਹਾ ਹੈ ਕਿ ਇਹ ਸਿੱਟ ਦੇ ਜਿਹੜੀ ਰਿਪੋਰਟ ਆਈ ਹੈ ਇਸ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹੈ ਅਸੀਂ ਹਾਈ ਕੋਰਟ ਮੂਵ ਕਰਾਂਗੇ ਹਾਈ ਕੋਰਟ 'ਚ ਛੇਤੀ ਇਹਦੇ ਖਿਲਾਫ ਜਿਹੜੀ ਯਾਚੀਕਾ ਦਾਇਰ ਕੀਤੀ ਜਾਏਗੀ ਤੇ ਨਾਲ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ 2 ਹੋਰ ਜਿਹੜੇ ਦੋਸ਼ੀ ਹੈ ਜਿਨ੍ਹਾਂ 'ਚ ਡੀਐਸਪੀ ਰਮਨਦੀਪ ਤੇ ਇੱਕ ਐਸਐਚਓ ਰਾਜੀਵ ਕੁਮਾਰ ਉਹਨਾਂ ਨੂੰ ਹਾਲੇ ਵੀ ਕਿਉਂ ਬਚਾਉਣ ਦੀ ਕੋਸ਼ਿਸ਼ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ दैनिक सवेरा टीवी। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।